ਇਹ ਉਹ ਲੈਟਰ ਹੈ ਜਿਹੜੀ 7 ਮਈ ਨੂੰ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਿਟਨ ਦੇ ਵਿੱਚ ਕੰਸੈਂਟ ਦੇ ਕੇ ਆਏ ਹਾਂ ਹਾਈਵੇ ਤੇ 25 ਏਕੜ ਦੇਣ ਲਈ। ਇਹਦੇ ਵਿੱਚ ਸਾਰੇ ਕੋਰਟ ਕੇਸ ਦੀ ਸਾਰਾ ਜੋ ਡੀਸੀ ਸਾਹਿਬ ਨੇ ਸਾਡੇ ਤੋਂ ਮੰਗਿਆ ਲਿਖਤੀ, ਉਹ ਕਹਿੰਦੇ ਲਿਖਤੀ ਦੇ ਜੋ। ਉਹਨਾਂ ਦੇ ਮੰਗਣ ਦੇ ਮੁਤਾਬਕ ਅਸੀਂ ਇਹ ਜਿਹੜੀ ਲਿਖਤੀ ਪੇਸ਼ਕਸ਼ ਹੈ 7 ਮਈ ਨੂੰ ਅਸੀਂ ਉਹ ਦੇ ਕੇ ਆਏ ਹਾਂ। ਇਹ ਲਓ ਜੀ। ਓਕੇ ਸ਼ਾਰਟ 'ਚ ਓਕੇ ਦੀ ਪੀਸੀ ਇਸ ਮੁੱਦੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ। ਟਰਸਟ ਵੱਲੋਂ ਕੌਂਸਲ ਵੱਲੋਂ ਸਾਡੇ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਨੇ ਕਿ ਜਿਹੜਾ ਮੈਡੀਕਲ ਕਾਲਜ ਦਾ ਮੁੱਦਾ ਉਹਦੇ ਵਾਸਤੇ ਬਹੁਤ ਸਾਰਾ ਗਲਤਫਹਿਮੀਆਂ ਜਿਹੜੀਆਂ ਨੇ ਉਹਦੇ ਬਣਨ ਬਾਰੇ ਨੇ, ਜਿਹੜੀਆਂ ਮਸਤੂਆਣਾ ਸਾਹਿਬ ਬਣਨਾ ਸੀ ਜਿਹੜਾ ਮੈਡੀਕਲ ਕਾਲਜ, ਉਹਦੇ ਬਾਰੇ ਬਹੁਤ ਸਾਰੀਆਂ ਗਲਤਫਹਿਮੀਆਂ ਜਿਹੜੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਆਪਦੇ ਕੌਂਸਲ ਅਤੇ ਟਰਸਟ ਦਾ ਜਿਹੜਾ ਪੱਖ ਹੈ ਉਹ ਅਸੀਂ ਸਾਰੇ ਪ੍ਰੈਸ ਦੇ ਸਾਹਮਣੇ, ਸਾਰੇ ਸੰਗਤ ਦੇ ਸਾਹਮਣੇ ਅਸੀਂ ਉਹ ਮਤਲਬ ਪੇਸ਼ਕਸ਼ ਪੇਸ਼ ਕਰ ਰਹੇ ਹਾਂ। ਗੱਲ ਇਹ ਹੈ ਵੀ ਟਰਸਟ ਹੈ ਜਿਹੜਾ ਉਹ ਪਹਿਲੇ ਦਿਨ ਤੋਂ ਹੀ, ਜਿਸ ਦਿਨ 28 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਸਾਹਿਬ ਥਾਂ ਦੇਖ ਕੇ ਗਏ ਨੇ, ਉਸੇ ਦਿਨ ਤੋਂ ਹੀ ਮਤਲਬ ਕਿ ਇਹ ਕਾਲਜ ਹੈ ਜਿਹੜਾ ਉਹ ਬਣਾਉਣ ਦੇ ਹੱਕ ਦੇ ਵਿੱਚ ਹੈ ਅਤੇ ਸਰਕਾਰ ਨੂੰ ਹਰ ਤਰ੍ਹਾਂ ਦੀ ਪੇਸ਼ਕਸ਼ ਕਰ ਰਿਹਾ ਡੇ 1 ਤੋਂ। ਇਹਦੇ ਸੰਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ, ਪਰ ਜਿਹੜੀ ਇਹ ਜ਼ਮੀਨ ਦੇਖ ਕੇ ਗਏ ਸੀ ਡੀਸੀ ਸਾਹਿਬ, ਉਹਦੇ ਸਟੇਟਸ ਕੋ ਹੋਣ ਬਾਰੇ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ। 28 ਅਪ੍ਰੈਲ ਨੂੰ ਡੀਸੀ ਸਾਹਿਬ ਜ਼ਮੀਨ ਦੇਖ ਕੇ ਗਏ ਨੇ। 30 ਅਪ੍ਰੈਲ ਨੂੰ ਅਸੀਂ ਇਹ ਸਾਰਾ ਸਟੇਟਸ ਕੋ ਦਾ ਕੇਸ ਹੈ ਜਿਹੜਾ ਜੋ ਟਰਸਟ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਚੱਲ ਰਿਹਾ, ਕਿਉਂਕਿ 1964 ਦੇ ਵਿੱਚ ਪੰਜਾਬ ਸਰਕਾਰ ਨੇ ਗੁਰਦੁਆਰਾ ਅੰਗੀਠਾ ਸਾਹਿਬ ਤੇ ਉਸ ਦੀ ਜ਼ਮੀਨ ਤੇ ਨੋਟੀਫਿਕੇਸ਼ਨ ਕਰਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਿਹੜਾ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਹੈ ਇਹ ਨੋਟੀਫਾਈ ਕਰਤੀ ਸੀ। ਉਸ ਤੋਂ ਬਾਅਦ ਸਾਡਾ ਸੰਤ ਅਤਰ ਸਿੰਘ ਗੁਰਸਾਗਰ ਟਰਸਟ, ਜੋ ਸੰਤਾਂ ਦੀ ਵਰਸਾਈ ਸੰਸਥਾ ਸੰਤ ਅਤਰ ਸਿੰਘ ਜੀਆਂ ਦੀ ਅਕਾਲ ਕਾਲਜ ਕੌਂਸਲ ਦਾ ਇਹ ਸਥਾਪਿਤ ਕੀਤਾ ਟਰਸਟ ਹੈ 1946 ਦੇ ਵਿੱਚ, ਔਰ ਉਸ ਫਿਰ ਟ੍ਰਿਬਿਊਨਲ ਦੇ ਵਿੱਚ ਗਿਆ, ਇਸ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ, ਪਰ ਟ੍ਰਿਬਿਊਨਲ ਦੇ ਵਿੱਚੋਂ ਜਿਹੜੀ ਟਰਸਟ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ। ਉਸ ਤੋਂ ਬਾਅਦ ਅਸੀਂ ਹਾਈ ਕੋਰਟ ਗਏ, ਟਰਸਟ ਹਾਈ ਕੋਰਟ ਗਿਆ, ਉੱਥੋਂ ਵੀ ਹਾਈ ਕੋਰਟ ਦੇ ਵਿੱਚ ਅਪੀਲ ਖਾਰਜ ਹੋ ਗਈ। ਫਿਰ 1987 ਦੇ ਵਿੱਚ ਡਿਵੀਜ਼ਨ ਬੈਂਚ ਕੋਲੇ ਉਹੀ ਅਪੀਲ ਲਾਈ, ਤਾਂ ਡਿਵੀਜ਼ਨ ਬੈਂਚ ਨੇ ਪਿਛਲੇ ਹਾਈ ਕੋਰਟ ਦੇ ਸਿੰਗਲ ਬੈਂਚ ਅਤੇ ਟ੍ਰਿਬਿਊਨਲ ਦੇ ਜਿਹੜੇ ਫੈਸਲੇ ਨੇ ਉਹ ਸਟੇਟਸ ਕੋ ਕਰਤੇ, ਅਤੇ ਇਹ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪੋਜੈਸ਼ਨ ਹੈ ਉਹ ਵੀ ਸਟੇ ਕਰਤਾ। ਅਸੀਂ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਕੇਸ ਦਾ ਪਿਛੋਕੜ ਹੈ, ਇਹ 30 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਤਿੰਦਰ ਜੋਰਵਾਲ ਜੀ ਨੂੰ ਅਸੀਂ ਉਹਨਾਂ ਨੂੰ ਦੱਸ ਕੇ ਆਏ, ਅਤੇ ਡੀਸੀ ਸਾਹਿਬ ਨੇ ਸਾਡੇ ਤੋਂ ਫਿਰ ਪੁੱਛਿਆ ਕਿ ਹੋਰ ਆਪਸ਼ਨ ਕੀ ਹੈ। ਅਸੀਂ ਆਖਿਆ ਹੋਰ ਆਪਸ਼ਨ ਇਹ ਹੈ, ਸਾਡੇ ਕੋਲ 2 ਸਾਈਟਾਂ ਹੈਗੀਆਂ ਨੇ ਟਰਸਟ ਕੋਲੇ, ਜਿਹੜੀ ਕਾਲਜ ਦੇ ਨਾਂ 'ਤੇ ਜ਼ਮੀਨ ਹੈ ਜੋ ਮਹਾਰਾਜਾ ਰਪਦਮਨ ਸਿੰਘ ਨਾਭਾ ਨੇ ਸੰਤ ਅਤਰ ਸਿੰਘ ਜੀ ਨੂੰ ਡੋਨੇਟ ਕੀਤੀ ਸੀ ਕਾਲਜ ਲਈ, ਉਹ ਬਿਲਕੁਲ ਆ ਸੜਕ ਦੇ ਸਾਹਮਣੇ ਨੈਸ਼ਨਲ ਹਾਈਵੇ 'ਤੇ ਹੈ, 55 ਏਕੜ ਹੈ। ਅਸੀਂ ਆਖਿਆ ਉਹਦੇ ਵਿੱਚੋਂ ਤੁਸੀਂ 25 ਏਕੜ ਲੈ ਸਕਦੇ ਹੋ, ਉੱਥੇ ਕਾਲਜ ਬਣ ਸਕਦਾ, ਉੱਥੇ ਕੋਈ ਡਿਸਪਿਊਟ ਨਹੀਂ, ਨਾ ਉੱਥੇ ਕੋਈ ਗੁਰਦੁਆਰਾ ਐਕਟ ਲਾਗੂ ਹੁੰਦਾ। ਦੂਸਰੀ ਜ਼ਮੀਨ ਇਹੀ ਜਿੱਥੇ ਨੀਂਹ ਪੱਥਰ ਰੱਖਿਆ, ਇਹਦੇ 1 ਕਿੱਲੇ ਦੇ ਫਰਕ ਨਾਲ ਗੁਰਦੁਆਰਾ ਭੱਠਾ ਸਾਹਿਬ 'ਤੇ ਹੈ, ਉੱਥੇ ਸਾਡੀ 35 ਏਕੜ ਜ਼ਮੀਨ ਹੈ, ਉਹਦੇ ਵਿੱਚੋਂ ਤੁਸੀਂ 25 ਏਕੜ ਲੈ ਸਕਦੇ ਹੋ। ਅਤੇ ਡੀਸੀ ਸਾਹਿਬ ਨੇ ਸਾਨੂੰ ਕਿਹਾ ਵੀ ਇਹ ਤੁਸੀਂ ਸਾਰਾ ਰਿਟਨ ਦੇ ਵਿੱਚ ਕੇਸ ਦੀ ਬੈਕਗਰਾਊਂਡ ਅਤੇ ਜਿਹੜੀ ਤੁਸੀਂ ਜ਼ਮੀਨ ਆਫਰ ਕਰਨਾ ਚਾਹੁੰਦੇ ਹੋ ਉਹ ਉਹਨਾਂ ਨੇ ਸਿਲੈਕਟ ਨੈਸ਼ਨਲ ਹਾਈਵੇ ਵਾਲੀ ਕੀਤੀ। ਡੀਸੀ ਸਾਹਿਬ ਨੇ ਕਹਿੰਦੇ ਹਾਈਵੇ ਵਾਲੀ ਜ਼ਮੀਨ ਹੈ ਜਿਹੜੀ ਤੁਹਾਡੀ 55 ਏਕੜ, ਉਹਦੀਆਂ ਫਰਦਾਂ ਅਤੇ ਰਿਟਨ 'ਚ ਕੰਸੈਂਟ ਵੀ ਇਹ ਤੁਸੀਂ ਰਿਟਨ 'ਚ ਸਾਨੂੰ ਦੇ ਕੇ ਜਾਓ। ਉਹ ਕਹਿੰਦੇ ਵੀ ਤੁਸੀਂ ਕੰਸੈਂਟ ਹੈ ਜਿਹੜੀ ਤੁਹਾਡਾ ਟਰਸਟ ਇਹ ਮਤਲਬ ਤਿਆਰ ਹੈ। ਅਸੀਂ ਕਿਹਾ ਬਿਲਕੁਲ ਤਿਆਰ ਹੈ। ਅਸੀਂ ਆਪਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਨਾਲ ਡੀਸੀ ਸਾਹਿਬ ਦੀ ਉਹਨਾਂ ਦੇ ਦਫ਼ਤਰ 'ਚ ਹੀ ਗੱਲ ਕਰਾਤੀ। ਢੀਂਡਸਾ ਸਾਹਿਬ ਨੇ ਵੀ ਕਿਹਾ ਵੀ ਅਸੀਂ ਬਿਲਕੁਲ ਕਾਲਜ ਬਣਨਾ ਚਾਹੀਦਾ, ਬਹੁਤ ਸੋਹਣੀ ਗੱਲ ਹੈ, ਅਤੇ ਇਹਦੇ ਵਿੱਚ ਕੋਈ ਵੀ ਆਪਾਂ ਨੂੰ
ਰੋੜਾ ਨਹੀਂ ਮਤਲਬ ਆਪਣਾ ਅੜਕਾਉਣਾ ਮਤਲਬ ਚਾਹੀਦਾ, ਜਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਆਪਾਂ ਉਹ ਡਿਸਪਿਊਟਡ ਲੈਂਡ ਤੇ ਬਣਨਾ ਨਹੀਂ ਵੀ ਤੁਸੀਂ ਇਹ ਜਿਹੜੀ ਅਨਡਿਸਪਿਊਟਡ ਲੈਂਡ ਅਸੀਂ ਦੇਣ ਨੂੰ ਤਿਆਰ ਹਾਂ, ਤੁਸੀਂ ਬਣਾ ਸਕਦੇ ਹੋ। ਤੇ ਫਿਰ ਅਸੀਂ ਰਿਟਰਨ 'ਚ ਹੈ ਜਿਹੜਾ ਉਹ ਅਸੀਂ 7 ਮਈ ਨੂੰ ਇਹ ਜਿਹੜੀ ਲੈਟਰ ਹੈ ਅਸੀਂ DC ਸਾਹਿਬ ਨੂੰ ਸਾਰੀ ਇਹਦੇ ਵਿੱਚ ਮੈਂ ਜੇ ਕਹੂੰ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ 2 ਮਿੰਟਾਂ ਦੇ ਵਿੱਚ ਜੋ ਅਸੀਂ DC ਸਾਹਿਬ ਨੂੰ ਦੇ ਕੇ ਆਏ ਹਾਂ। ਜੇ ਤੁਹਾਡੀ ਇਜਾਜ਼ਤ ਹੈ ਤਾਂ ਮੈਂ 2 ਮਿੰਟਾਂ 'ਚ ਪੜ੍ਹ ਦੂੰ ਵੈਸੇ ਮੈਂ। ਹਾਂਜੀ। ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਸੰਗਰੂਰ, ਵਿਸ਼ਾ ਮਸਤੋਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੀ ਤਜਵੀਜ਼ ਸੰਬੰਧੀ ਪੰਜਾਬ ਸਰਕਾਰ ਵੱਲੋਂ ਮਸਤੋਣਾ ਸਾਹਿਬ ਵਿਖੇ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਪ੍ਰਤੀ ਮਸਤੋਣਾ ਸਾਹਿਬ ਦੇ ਪ੍ਰਬੰਧਕ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੋਣਾ ਸਾਹਿਬ ਅਤੇ ਇਲਾਕੇ ਦੀਆਂ ਸੰਗਤਾਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ, ਪਰੰਤੂ ਇਸ ਸੰਬੰਧੀ ਕੁਝ ਤਕਨੀਕੀ ਅਤੇ ਕਾਨੂੰਨੀ ਪੱਖ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ, ਜੋ ਇਸ ਤਰ੍ਹਾਂ ਹਨ। ਇਸ ਜ਼ਮੀਨ ਤੇ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਬਣੀ ਹੈ, ਉਹ ਜ਼ਮੀਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਨਾਮ ਤੇ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਮਿਤੀ 4 ਸਤੰਬਰ 1964 ਨੂੰ ਨੋਟੀਫਿਕੇਸ਼ਨ ਨੰਬਰ 1400 GP ਗੁਰਦੁਆਰਾ ਐਕਟ 1925 ਰਾਹੀਂ ਸਿੱਖ ਗੁਰਦੁਆਰਾ ਐਲਾਨ ਦਿੱਤਾ ਸੀ। ਇਸ ਦਾ ਮਤਲਬ ਹੈ ਕਿ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ ਨੋਟੀਫਾਈ ਹੋ ਚੁੱਕਿਆ ਹੈ। ਇਸ ਸੰਬੰਧੀ ਸੰਤਤ ਸਿੰਘ ਗੁਰਸਾਗਰ ਟਰੱਸਟ ਦੇ ਉਦੋਂ ਦੇ ਅਹੁਦੇਦਾਰਾਂ ਨੂੰ 2 ਸਾਲਾਂ ਬਾਅਦ ਪਤਾ ਲੱਗਣ ਤੇ ਗੁਰਦੁਆਰਾ ਅੰਗੀਠਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਹੇਠ ਦੇਣ ਦਾ ਜੋ ਨੋਟੀਫਿਕੇਸ਼ਨ ਸੀ ਉਹਨੂੰ ਚੈਲੰਜ ਕੀਤਾ ਗਿਆ 1966 ਦੇ ਵਿੱਚ, ਪਰੰਤੂ ਗੁਰਦੁਆਰਾ ਟ੍ਰਿਬਿਊਨਲ ਨੇ ਇਸ ਨੋਟੀਫਿਕੇਸ਼ਨ ਨੂੰ ਸਹੀ ਠਹਿਰਾ ਦਿੱਤਾ ਕਿਉਂਕਿ ਅਪੀਲ ਲੇਟ ਦਰਜ ਹੋਈ ਸੀ। ਟਰੱਸਟ ਨੇ ਇਸ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ, ਪਰੰਤੂ ਕੇਸ ਦਾ ਮੁੱਢ ਟਰੱਸਟ ਦੇ ਹੱਕ ਵਿੱਚ ਨਾ ਹੋਣ ਕਰਕੇ ਹਾਈ ਕੋਰਟ ਵਿੱਚ ਵੀ ਟਰੱਸਟ ਦੀ ਅਪੀਲ ਖਾਰਜ ਹੋ ਗਈ। ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਸ ਗੁਰਦੁਆਰਾ ਸਾਹਿਬ ਅਤੇ ਸੰਬੰਧਿਤ ਜ਼ਮੀਨ ਨੂੰ ਆਪਦੇ ਅਧਿਕਾਰ ਹੇਠ ਲੈਣ ਦਾ ਰਾਹ ਪੱਧਰਾ ਹੋ ਗਿਆ। ਇਸ ਸਭ ਕੁਝ ਸਾਲ 1986 ਤੱਕ ਚੱਲਦਾ ਰਿਹਾ। ਜਦੋਂ ਸੰਤਤ ਸਿੰਘ ਗੁਰਸਾਗਰ ਮਸਤੋਣਾ ਟਰੱਸਟ ਪਾਸ ਹੋਰ ਕੋਈ ਚਾਰਾ ਨਾ ਬਚਿਆ ਤਾਂ 1987 ਵਿੱਚ ਟਰੱਸਟ ਵੱਲੋਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਥਾਨ ਦਾ ਕਬਜ਼ਾ ਲੈਣ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਪਿਛਲੇ ਫੈਸਲੇ ਨੇ ਜਿਹੜੇ ਉਹਨਾਂ ਤੇ ਸਟੇ ਮੰਗੀ। ਮਾਨਯੋਗ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ 11 ਨਵੰਬਰ 1987 ਨੂੰ, ਇਹਦੇ ਵਿੱਚ ਡੇਟ ਥੋੜ੍ਹੀ ਜਿਹੀ ਗਲਤ ਪਈ ਹੋਈ ਹੈ ਪਰ ਉਹ 11 ਨਵੰਬਰ 1987 ਆ, ਸਟੇਟਸ ਕੋ ਦਾ ਆਰਡਰ ਦਿੱਤਾ ਟ੍ਰਿਬਿਊਨਲ ਅਤੇ ਹਾਈ ਕੋਰਟ ਦੇ ਫੈਸਲੇ ਤੇ ਸ਼੍ਰੋਮਣੀ ਕਮੇਟੀ ਦੇ ਪੋਜੈਸ਼ਨ ਤੇ ਸਟੇ ਦੇ ਦਿੱਤੀ। ਸਰਕਾਰ ਵੱਲੋਂ ਜਾਰੀ ਹੋਇਆ ਨੋਟੀਫਿਕੇਸ਼ਨ ਅਤੇ ਟਰੱਸਟ ਵੱਲੋਂ ਕਬਜ਼ੇ ਦੀ ਸਟੇ ਲੈਣ ਲਈ ਅਤੇ ਸਟੇਟਸ ਕੋ ਦੇ ਆਰਡਰ ਇਸ ਐਪਲੀਕੇਸ਼ਨ ਦੇ ਨਾਲ ਨੱਥੀ ਕੀਤੇ ਜਾ ਰਹੇ ਹਨ। ਅਤੇ ਇਸ ਦੇ ਨਾਲ ਐਪਲੀਕੇਸ਼ਨ ਦੇ ਨਾਲ 55 ਏਕੜ ਦੀਆਂ ਫਰਦਾਂ ਜੋ ਟਰੱਸਟ ਦੇਣੀਆਂ ਚਾਹੁੰਦਾ ਹੈ ਉਹ ਉਹਨਾਂ ਦੀਆਂ ਫਰਦਾਂ ਇਸ ਐਪਲੀਕੇਸ਼ਨ ਦੇ ਨਾਲ ਨੱਥੀ ਕੀਤੀਆਂ ਜਾ ਰਹੀਆਂ ਹਨ। ਸ਼੍ਰੀਮਾਨ ਜੀ ਆਪ ਜੀ ਦੇ ਧਿਆਨ ਵਿੱਚ ਦੂਸਰਾ ਨੁਕਤਾ ਇਹ ਲਿਆਉਣਾ ਚਾਹੁੰਦੇ ਹਾਂ ਕਿ ਸੰਤ ਅਤਰ ਸਿੰਘ ਗੁਰਸਾਗਰ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ ਹੀ ਸੰਗਰੂਰ ਬਰਨਾਲਾ ਨੈਸ਼ਨਲ ਹਾਈਵੇ ਤੇ 25 ਏਕੜ ਦੇ ਕਰੀਬ ਜ਼ਮੀਨ ਹੈ ਅਤੇ ਇਹ ਮੈਡੀਕਲ ਕਾਲਜ ਜੇਕਰ ਉਸ ਜ਼ਮੀਨ ਤੇ ਤਜਵੀਜ਼ ਹੁੰਦਾ ਤਾਂ ਟਰੱਸਟ ਅਤੇ ਕੌਂਸਲ ਨੂੰ ਇਸ ਉੱਪਰ ਕੋਈ ਇਤਰਾਜ਼ ਨਹੀਂ ਹੋਵੇਗਾ। ਨੈਸ਼ਨਲ ਹਾਈਵੇ ਤੇ ਹੋਣ ਕਾਰਨ ਇਸ ਦੀ ਦਿੱਖ ਹੋਰ ਵੀ ਵਧੇਰੇ ਵਧੀਆ ਹੋਵੇਗੀ। ਸੋ ਉਪਰੋਕਤ ਸਾਹਿਬ ਨੂੰ ਦੇਖਦੇ ਹੋਏ ਉਮੀਦ ਹੈ ਕਿ ਇਸ ਨਵੀਂ ਤਜਵੀਜ਼ ਨੂੰ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਵਾਉਣ ਦੀ ਕਿਰਪਾਲਤਾ ਕਰੋਗੇ। ਟਰੱਸਟ ਕੌਂਸਲ ਵੱਲੋਂ ਤਜਵੀਜ਼ ਕੀਤੀ ਜਾ ਰਹੀ ਨਵੀਂ ਜ਼ਮੀਨ ਦੇ ਜਾਂ ਫਰਦਾਂ ਸਮੇਤ ਸਾਰਾ ਰਿਕਾਰਡ ਇਸ ਨਾਲ ਨੱਥੀ ਕੀਤਾ ਜਾ ਰਿਹਾ ਹੈ। 7 ਮਈ ਨੂੰ ਇਹ ਜਿਹੜੇ ਅਸੀਂ DC ਸਾਹਿਬ ਨੂੰ ਇਹ ਐਪਲੀਕੇਸ਼ਨ ਦੇ ਕੇ ਆਏ। ਤੇ ਦੂਸਰੀ ਹੈਗੀ ਉਹ ਡੇਟ ਬੱਚਾ ਹਾਂਜੀ ਤੁਸੀਂ ਆਪਣੇ ਵੱਲੋਂ ਕਹਿ ਰਹੇ ਵੀ ਇਹ ਜਿਹੜੀ ਜ਼ਮੀਨ ਇੱਥੇ ਕਾਲਜ ਬਣ ਸਕਦਾ। ਡਿਪਟੀ ਕਮਿਸ਼ਨਰ ਸੰਗਰੂਰ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਜ਼ਮੀਨ ਹੈਗੀ ਉਹ ਬਾਬਾ ਦਰਸ਼ਨ ਸਿੰਘ ਵੱਲੋਂ ਦਿੱਤੀ ਗਈ ਹੈਗੀ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਬਾਬਾ ਦਰਸ਼ਨ ਸਿੰਘ ਵੱਲੋਂ ਕਿਸ ਆਧਾਰ ਤੇ ਜਿਹੜੀ ਜ਼ਮੀਨ ਸਰਕਾਰ ਨੂੰ ਦਿੱਤੀ ਗਈ? ਬਾਬਾ ਦਰਸ਼ਨ ਅਨਆਥੋਰਾਈਜ਼ਡ ਉਹਨਾਂ ਕੋਲੇ ਕੋਈ ਅਥਾਰਟੀ ਨਹੀਂ ਹੈਗੀ ਬਾਬਾ ਦਰਸ਼ਨ ਸਿੰਘ ਕੋਲੇ ਇਸ ਜ਼ਮੀਨ ਨੂੰ ਦੇਣ ਦੀ, ਕਿਉਂਕਿ ਇਹਦਾ ਜ਼ਮੀਨ ਦਾ ਜਿਹੜਾ ਕੇਸ ਹੈ ਉਹ ਟਰੱਸਟ ਲੜ ਰਿਹਾ ਹੈ। ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਰੈਵਨਿਊ ਰਿਕਾਰਡ ਹੈ ਉਹ ਜ਼ਮੀਨ ਦਾ ਕਲੀਅਰ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਦੀ ਸਟੇ ਹੈ ਉਹਦੇ। ਕਲੀਅਰ ਹੈਗਾ, ਕਲੀਅਰ ਨਹੀਂ ਹੈਗਾ। ਡਿਪਟੀ ਕਮਿਸ਼ਨਰ ਸਾਹਿਬ ਵੈਸੇ ਤਾਂ ਇਹ ਕੋਈ ਬਹਾਨਾ ਨਹੀਂ ਹੁੰਦਾ ਹੈਗਾ। ਤੁਸੀਂ ਕੱਲ ਨੂੰ ਕਿਸੇ ਨਾਕੇ ਤੇ ਫਸ ਜਾਓ, ਤੁਸੀਂ ਕਹਿਣ ਨੂੰ ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਕਿ ਬੈਲਟ ਲਾਉਣਾ ਇੱਕ ਰੂਲ ਹੈ। ਮੇਰੇ ਕੋਲ ਤਾਂ ਕੋਈ ਨੋਟੀਫਿਕੇਸ਼ਨ ਆਇਆ ਨਹੀਂ ਹੈਗਾ।
ਤੁਹਾਡਾ ਚਲਾਨ ਤਾਂ ਕੱਟੂਗਾ ਹੀ ਕੱਟੂਗਾ ਨਾ। ਜਦੋਂ ਡੀਸੀ ਸਾਹਿਬ ਨੂੰ ਅਸੀਂ ਸਾਰੇ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਰਿਟਨ 'ਚ ਧਿਆਨ 'ਚ ਲਿਆ ਚੁੱਕੇ ਹਾਂ, ਅਸੀਂ ਕੋਰਟ ਦੇ ਆਰਡਰ ਦੇ ਚੁੱਕੇ ਹਾਂ। ਡੀਸੀ ਸਾਹਿਬ ਇਸ ਤੋਂ ਬਰੀ ਨਹੀਂ ਹੋ ਸਕਦੇ ਇਹ ਇੰਨੀ ਕੁ ਚੀਜ਼ ਨਾਲ। ਦੂਸਰਾ, ਲੈਂਡ ਦਾ ਟਾਈਟਲ ਹੈ ਜਿਹੜਾ ਉਹ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਂ 'ਤੇ ਆ। ਗੁਰਦੁਆਰਾ ਅੰਗੀਠਾ ਸਾਹਿਬ ਤਾਂ ਉੱਥੇ ਰਜਿਸਟਰੀ ਕਰਾਉਣ ਨਹੀਂ ਨਾ ਗਿਆ। ਗੁਰਦੁਆਰਾ ਅੰਗੀਠਾ ਸਾਹਿਬ ਦਾ ਕਸਟੋਡੀਅਨ ਕੌਣ ਹੈ? ਟਰੱਸਟ। ਤੇ ਹਾਂ, ਰਜਿਸਟਰੀ ਕਰਵਾ ਲਈ ਨਾ, ਅੰਡਰ ਪ੍ਰੈਸ਼ਰ ਹੋਇਆ ਸਾਰਾ ਕੁਝ। ਇਸ ਹੋਰ ਰਜਿਸਟਰੀ ਗਲਤ ਹੋਈ ਹੈ। ਹਾਂ, ਗਲਤ ਹੋਈ ਹੈ। ਦੇਖੋ ਸਰ, 5 ਅਗਸਤ ਤੋਂ ਜਿਹੜਾ ਇਹ ਮਾਮਲਾ ਐਲਾਨ ਕੀਤਾ ਹੋਇਆ ਹਾਂਜੀ ਹਾਂਜੀ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਮਸਤੋਣਾ ਸਾਹਿਬ ਦੇ ਵਿੱਚ ਆ ਕੇ ਇਲਜ਼ਾਮ ਲਗਾਏ ਨੇ ਢੀਂਡਸਾ ਸਾਹਿਬ ਦੇ ਉੱਪਰ, ਵੱਡੇ ਢੀਂਡਸਾ ਸਾਹਿਬ ਦੇ ਉੱਪਰ, ਕਿਹਾ ਵੀ ਹਾਂ ਇਹ ਜਾਣ ਕੇ ਰੁਕਾਵਟਾਂ ਲਾ ਰਹੇ ਨੇ। ਤਕਰੀਬਨ 1.5 ਮਹੀਨਾ ਹੋ ਗਿਆ ਪ੍ਰਦਰਸ਼ਨ ਚੱਲ ਰਹੇ ਨੇ, ਪਰ ਢੀਂਡਸਾ ਸਾਹਿਬ ਖੁਦ ਕੈਮਰੇ ਅੱਗੇ ਕਿਉਂ ਨਹੀਂ ਆ ਰਹੇ? ਅੱਜ ਵੀ ਕਿਉਂ ਨਹੀਂ ਆਏ ਹੋ? ਤੁਸੀਂ ਕਿਉਂ ਬੋਲ ਰਹੇ ਹੋ? ਢੀਂਡਸਾ ਸਾਹਿਬ ਦੀ ਦੇਖੋ ਦਿੱਲੀ ਨੇ ਉਹਨਾਂ ਦੀ ਸਿਹਤ ਥੋੜੀ ਠੀਕ ਨਾ ਹੋਣ ਕਾਰਨ ਢੀਂਡਸਾ ਸਾਹਿਬ ਨੇ ਕਰੀ ਹੈ D5 ਨਾਲ। ਉਹਨਾਂ ਨੇ ਬੜੀ 5-7 ਮਿੰਟਾਂ ਦੀ ਲੰਬੀ ਇੰਟਰਵਿਊ ਫੋਨ ਤੇ ਕਰੀ ਹੈ। ਅਗਰ ਉਹਨਾਂ ਨੇ ਇੱਥੇ ਐਲਾਨ ਕੀਤਾ ਅੱਜ ਵੀ ਸਾਨੂੰ ਵੀ ਉਹ ਖੁਦ ਕਿਉਂ ਨਹੀਂ ਕੈਮਰੇ ਅੱਗੇ ਆ ਰਹੇ? ਇਲਜ਼ਾਮ ਤਾਂ ਉਹਨਾਂ ਦੇ ਉੱਪਰ ਲੱਗ ਰਹੇ ਨੇ, ਤੁਹਾਡੇ ਉੱਪਰ ਨਹੀਂ ਲੱਗ ਰਹੇ। ਨਹੀਂ, ਟਰਸਟ ਅਸੀਂ ਢੀਂਡਸਾ ਸਾਹਿਬ ਟਰਸਟ ਤੋਂ ਅਲੱਗ ਥੋੜੂ ਨੇ। ਉਹ ਢੀਂਡਸਾ ਸਾਹਿਬ ਤੇ ਬਤੌਰ ਚੇਅਰਮੈਨ ਟਰਸਟ ਲੱਗ ਰਹੇ ਨੇ, ਨਾ ਕਿ ਮੈਂ ਟਰਸਟ ਦਾ ਸੈਕਟਰੀ ਹਾਂ। ਅਸੀਂ ਟਰਸਟ ਦਾ ਸਪੋਕਸਮੈਨ ਮੈਂ ਹਾਂ। ਤੁਸੀਂ ਹੈਗੇ ਜੋ ਸੀਐਮ ਉਰੇ ਆ ਕੇ ਇਲਜ਼ਾਮ ਲਗਾ ਕੇ ਗਏ ਨੇ, ਉਹ ਤਾਂ ਫਿਰ ਪੋਲੀਟੀਕਲ ਮੋਟੀਵੇਟਿਵ ਹੈ ਨਾ। ਉਹਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ? ਉਹ ਤਾਂ ਜਵਾਬ ਦਿੱਤਾ ਉਹਨਾਂ ਨੇ, ਢੀਂਡਸਾ ਸਾਹਿਬ ਨੇ। ਤੁਸੀਂ ਅਜੀਤ ਅਖਬਾਰ ਪੜ੍ਹੋ ਪਰਸੋਂ ਦਾ, ਮੇਨ ਉਹਦੇ ਪੇਜ ਤੇ ਲੱਗੀ ਹੋਈ ਹੈ। ਉਸ ਤੋਂ ਅਗਲੇ ਦਿਨ ਲੋਕਲ ਪੇਜ 'ਚ ਲੱਗੀ ਹੋਈ ਹੈ D5 ਤੇ। ਉਹਨਾਂ ਨੇ ਬੜਾ ਕਲੀਅਰ ਕੀਤਾ। ਢੀਂਡਸਾ ਸਾਹਿਬ ਨੇ ਵੀ ਆਖਿਆ ਤੇ ਜਦੋਂ ਵੀ ਉਹ ਆਉਣਗੇ ਤਾਂ ਉਹ ਵੀ ਇੱਥੇ ਪ੍ਰੈਸ ਕਾਨਫਰੰਸ ਸਾਹਿਬ ਦਾ ਕਲੀਅਰ ਕਰਨਗੇ। ਪਰ ਸਾਨੂੰ ਇਮੀਡੀਏਟਲੀ ਕਿਉਂਕਿ ਲੇਟ ਹੋਈ ਜਾਂਦੇ ਸੀ, ਇਸ ਲਈ ਉਹ ਕਹਿੰਦੇ ਵੀ ਤੁਸੀਂ ਫਿਲਹਾਲ ਆਪਦੇ ਲੈਵਲ ਤੇ ਕਰੋ, ਮੈਂ ਜਿਸ ਦਿਨ ਆ ਗਿਆ ਤਾਂ ਮੈਂ ਵੀ ਕਰੂੰਗਾ। ਉਹ ਚੰਡੀਗੜ੍ਹ ਤੋਂ ਕਰਨਗੇ ਪ੍ਰੈਸ ਕਾਨਫਰੰਸ। ਬੜੀ ਜਲਦੀ ਕਰ ਰਹੇ ਨੇ ਉਹ ਵੀ। ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਜ਼ਮੀਨ ਤੇ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ। ਹਾਂ, ਅਸੀਂ ਤਾਂ ਮੰਨਦੇ ਹਾਂ, ਪਰ ਉਹ ਸਟੇ ਹੋਇਆ ਨਾ। ਸ਼੍ਰੋਮਣੀ ਕਮੇਟੀ ਅਸੀਂ ਮੰਨਦੇ ਹਾਂ ਕਿ ਉਹ ਜ਼ਮੀਨ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਮੈਂ ਹੀ ਤਾਂ ਪੜ੍ਹਿਆ ਵੀ ਨੋਟੀਫਿਕੇਸ਼ਨ ਸ਼੍ਰੋਮਣੀ ਕਮੇਟੀ ਦੇ ਨਾਂ ਹੋਇਆ ਹੋਇਆ, ਪਰ ਅਸੀਂ ਸਟੇ ਲਈ ਹੈ। ਟਰਸਟ ਨੇ ਉਹ 'ਤੇ ਸਟੇਟਸ ਕੋ ਕਰਾਇਆ ਹੋਇਆ। ਹਾਂਜੀ, ਰਜਿਸਟਰੀ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਦੋਂ ਵੀ ਕੋਈ ਸਟੇ ਹੁੰਦੀ ਹੈ ਉਹਨੂੰ ਬਕਾਇਦਾ ਉਸ ਫਰਮ ਤੇ ਨੋਟ ਕਰਵਾਉਣਾ ਹੁੰਦਾ ਹੈ। ਕੀ ਉਹ ਤੁਹਾਡੇ ਵੱਲੋਂ ਨੋਟ ਕਰਵਾਈ ਗਈ? ਉਹ ਅਸੀਂ ਨਹੀਂ ਸੀ ਨੋਟ ਕਰਾਉਣੀ। ਸਟੇ ਨਹੀਂ ਅਸੀਂ ਤਾਂ ਕਰਾਉਂਦੇ ਜੇ ਪਹਿਲਾਂ ਕੇਸ ਦੀ ਐਂਟਰੀ। ਇਹ ਮਿਸਟੇਕ ਹੋਈ ਹੈ, ਇਹ ਮੈਂ ਮੰਨਦਾ। ਇਹ ਮਿਸਟੇਕ ਹੋਈ ਹੈ ਇੱਕ ਪ੍ਰਸ਼ਾਸਨ ਵੱਲੋਂ ਵੀ ਲਾ ਲਓ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਾਡੇ ਵੱਲੋਂ ਇੱਕ ਇਹ ਡਿਲੇ ਹੋਈ ਹੈ ਕਿ ਉਹਦਾ ਜਿਹੜਾ ਨੋਟੀਫਿਕੇਸ਼ਨ ਸੀ ਉੱਥੇ ਐਂਟਰ ਹੋਣਾ ਚਾਹੀਦਾ ਤੇ ਸਾਡੀ ਸਟੇ ਉੱਥੇ ਐਂਟਰ ਹੋਣੀ ਚਾਹੀਦੀ ਸੀ ਲੈਂਡ ਰਿਕਾਰਡ ਦੇ ਵਿੱਚ। ਇਹਨੂੰ ਅਸੀਂ ਐਡਮਿਟ ਕਰਦੇ ਹਾਂ ਵੀ ਇਹ ਇੱਕ ਮਿਸਟੇਕ ਹੈ। ਸਟੇ ਹੋਣ ਤੋਂ ਪਹਿਲਾਂ ਡੀਸੀ ਸਾਹਿਬ ਦੇ ਧਿਆਨ ਤੇ ਲਿਆਤੀ ਇਹ ਗੱਲ। ਆ ਮੈਂ ਕਹੀ ਜਾਣਾ 30 ਅਪ੍ਰੈਲ ਨੂੰ ਲਿਆਤੀ ਸੀ। ਇਸ ਤਾਂ ਰਿਟਰਨ 'ਚ 7 ਮਈ ਨੂੰ ਅਸੀਂ ਲਿਆਤੀ ਸੀ। ਇਹ ਨਹੀਂ ਪੱਥਰ ਦਾ ਜ਼ਮੀਨ ਹੈ 25 ਕਿੱਲੇ। ਹਾਂਜੀ ਹਾਂਜੀ ਇਹ ਤੁਸੀਂ ਬਾਰ-ਬਾਰ ਦੇਣ ਦੀ ਬੇਨਤੀ ਕੀਤੀ ਹੈ। ਹਾਂਜੀ ਹਾਂਜੀ ਵੀ ਕੋਈ ਜਾਂ ਹਾਈਵੇਜ਼ ਤੇ ਲੈ ਲਓ, ਹਾਂਜੀ ਹਾਂਜੀ ਜਾਂ ਭੱਠਾ ਸਾਹਿਬ ਵਾਲੇ ਪਾਸੇ ਲੈ ਲਓ, ਹਾਂਜੀ ਹਾਂਜੀ ਕਿਤੇ ਵੀ ਲੈ ਲਓ। ਜਿਹੜੀ ਅਕਾਲ ਕੌਂਸਲ ਹੈ ਦੇਣ ਨੂੰ ਤਿਆਰ ਹੈ। ਹਾਂਜੀ ਹਾਂਜੀ ਇਹ ਸਰਕਾਰ, ਪ੍ਰਸ਼ਾਸਨ ਤੇ ਪੰਜਾਬ ਦਾ ਮੁੱਖ ਮੰਤਰੀ ਇਹ ਕਿਉਂ ਨਹੀਂ ਬਣਨ ਦੇ ਰਿਹਾ? ਕਿਉਂ ਨਹੀਂ ਇਹ 'ਚ ਹਾਂ ਕਰੇ? ਇਹਦੇ ਬਾਰੇ ਕੀ ਕਹੋ? ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਨਾ ਜੀ ਵੀ ਉਹ ਕਿਉਂ ਨਹੀਂ ਉਹ ਜ਼ਮੀਨ, ਕਿਉਂ ਝਿਗੜੇ ਵਾਲੀ ਜ਼ਮੀਨ ਤੇ ਉਹ ਜਿੱਦ ਕਰ ਰਹੇ ਨੇ ਕਾਲਜ ਬਣਾਉਣ ਦੀ। ਇਹ ਹੁਣ ਜਿੱਦ ਦਾ ਤਾਂ ਉਹਨਾਂ ਨੂੰ ਹੀ ਪਤਾ ਜਾਂ ਰੱਬ ਨੂੰ ਪਤਾ ਹੈ, ਪਰ ਉਹ ਤੀਜੇ ਬੰਦੇ ਨੂੰ ਕਿਸੇ ਨੂੰ ਨਹੀਂ ਦੱਸ ਰਹੇ। ਮੈਨੂੰ ਇਹ ਇਨਫੋਰਮੇਸ਼ਨ ਹੈ ਕਿ ਸੰਗਰੂਰ ਦੀ ਸਾਰੀ ਅਫਸਰਸ਼ਾਹੀ ਨੇ ਜ਼ੋਰ ਲਾ ਲਿਆ, ਸਾਰੇ ਵਿਧਾਇਕਾਂ ਨੇ ਜ਼ੋਰ ਲਾ ਲਿਆ ਮੁੱਖ ਮੰਤਰੀ ਸਾਹਿਬ ਨੂੰ ਕਨਵਿੰਸ ਕਰਾਉਣ ਦਾ ਵੀ ਆਪਾਂ ਅਨਡਿਸਪਿਊਟਡ ਲੈਂਡ ਤੇ ਨਾ ਕਰੋ। ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜੇਬ ਦੇ ਵਿੱਚ ਪੈਸੇ ਹੈ ਨਹੀਂ, ਜਾਂ ਫਿਰ ਉਹ ਇਹ ਸਕੀਮ ਲਾ ਕੇ ਕੋਈ ਇਸ ਤਰ੍ਹਾਂ ਦੀ ਜਿਹੜੀਆਂ ਧਿਰਾਂ ਨੇ ਇਹਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਲਾ ਲਓ, ਸ਼੍ਰੋਮਣੀ ਅਕਾਲੀ ਦਲ ਲਾ ਲਓ, ਜਾਂ ਟਰਸਟ ਲਾ ਲਓ, ਜਾਂ ਢੀਂਡਸਾ ਸਾਹਿਬ ਲਾ ਲਓ, ਪਰ ਉਹਨਾਂ 'ਤੇ ਇੱਕ ਪੋਲੀਟੀਕਲ ਗੇਮ ਉਹ ਖੇਡਣੀ ਚਾਹੁੰਦੇ ਸੀ। ਉਹ ਖੇਡ ਗਏ, ਉਹ ਖੇਡ ਰਹੇ ਨੇ, ਹਜੇ ਵੀ ਖੇਡ ਰਹੇ ਨੇ ਮੇਰੇ ਖਿਆਲ ਦੇ ਵਿੱਚ। ਪਰ ਇਸ ਤਰ੍ਹਾਂ ਦਾ ਬਹੁਤ ਨੀਵੇਂ ਪੱਧਰ ਦੀ ਮੈਂ ਕਹੂੰਗਾ ਵੀ ਹੁਣ ਜਿਹੜੇ ਉਹਦੇ 'ਤੇ ਹੈਗੇ ਨੇ ਉਹ ਮਤਲਬ ਇਸ ਤਰ੍ਹਾਂ ਦੀ ਇਸ ਇੰਨੇ ਲੋਅਰ ਪੱਧਰ ਦੀ ਜਿਹੜੀ ਬਿਆਨਬਾਜ਼ੀ ਜਾਂ ਗੇਮਾਂ ਦੇ ਵਿੱਚ ਆਪਾਂ ਨੂੰ ਨਹੀਂ ਪੈਣਾ ਚਾਹੀਦਾ। ਸੰਤ ਅਤਰ ਸਿੰਘ ਜੀ ਦਾ ਸਥਾਨ ਹੈ, ਜੇ ਤੁਸੀਂ ਇੱਥੇ ਵਚਨ ਦਿੱਤਾ ਤਾਂ ਇੱਥੇ ਕਾਲਜ ਬਣਾਉਣਾ ਚਾਹੀਦਾ। ਉਹਦੇ ਲਈ ਹਰ ਤਰ੍ਹਾਂ ਦੀ ਪੇਸ਼ਕਸ਼ ਸਾਡੇ ਵੱਲੋਂ ਪਹਿਲਾਂ ਵੀ ਸੀ ਤੇ ਅੱਜ ਵੀ ਆ। ਮੈਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਫੇਰ ਤੁਹਾਡੇ ਜਰੀਏ ਅੱਜ ਫੇਰ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਕਾਲਜ ਨੂੰ ਮਸਤੋਨਾ ਸਾਹਿਬ ਹੀ ਬਣਾਓ, ਨਾ ਕਿਤੇ ਸ਼ਿਫਟ ਕਰਨ ਦੀਆਂ ਗੱਲਾਂ ਕਰੋ। ਇੱਥੇ ਹਰ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਦੇਣ ਨੂੰ ਤਿਆਰ ਆ, ਕੱਲ੍ਹ ਵੀ ਤੇ ਅੱਜ ਵੀ ਆ। ਖਹਿਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਸੀਂ 25 ਏਕੜ ਜਾਂ ਹੋਰ ਸਾਈਡ ਤੇ ਦੇਣ ਦੀ ਗੱਲ, ਜੇਕਰ ਅੱਜ ਵੀ ਕੋਈ ਤੁਹਾਡੇ ਨਾਲ ਮੀਟਿੰਗ ਵਗੈਰਾ ਬਹਿੰਦੀ, ਜਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੁਸੀਂ ਅੱਜ ਵੀ ਉਹ ਜਿਹੜੀ ਜਗ੍ਹਾ ਦੀ ਸਹਿਮਤੀ ਨਾਲ ਉਹ ਜਗ੍ਹਾ ਦੇ ਸਕਦੇ ਹੋ? ਹਾਂ, ਅੱਜ ਵੀ ਅਸੀਂ ਉਸੇ ਸਹਿਮਤੀ ਤੇ ਸਟੈਂਡ ਕਰਦੇ ਹਾਂ।
ਜਿਹੜੀ ਮਰਜ਼ੀ ਲੋਕੇਸ਼ਨ ਕਰਦਾ, ਅਸੀਂ ਕਿਤੇ ਬਣੀ ਬਣਾਈ ਬਿਲਡਿੰਗ ਦੇਣ ਨੂੰ ਤਿਆਰ ਆ ਵੀ ਸੈਸ਼ਨ ਸ਼ੁਰੂ ਕਰੋ ਇਸੇ ਉਸ ਦੇ ਵਿੱਚੋਂ। ਇੱਕ ਮਿੰਟ ਹੋ ਜੇ, ਹਾਂਜੀ ਇੱਕ ਸਰਕਾਰ, ਇੱਕ ਮਿੰਟ, ਇੱਕ ਆਪਦੀ ਜ਼ਮੀਨ ਹੈ ਸਰਕਾਰ ਦੀ। ਇੱਕ ਬੰਦੇ ਨੂੰ ਗੱਲ ਕਰ ਕੈਮਰੇ ਟਰਸਟ ਦੇ ਇਲੈਕਸ਼ਨਾਂ ਦੇ ਉੱਪਰ ਵੀ ਸਵਾਲ ਉਠਾਏ ਗਏ ਨੇ ਕਿ ਲੰਬਾ ਸਮਾਂ ਕਿੰਨੇ ਸਾਲਾਂ ਤੋਂ ਇਲੈਕਸ਼ਨ ਕਿੰਨਾ ਸਮਾਂ ਹੋ ਗਿਆ? ਟਰਸਟ ਦੀ ਕਦੇ ਕੋਈ ਇਲੈਕਸ਼ਨ ਨਹੀਂ ਹੋਈ, ਮੁੱਖ ਮੰਤਰੀ ਸਾਹਿਬ ਨੇ ਕੋਈ ਸਵਾਲ ਨਹੀਂ ਉਠਾਇਆ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤੇ ਉਠਾਇਆ ਉਹਨਾਂ ਨੇ, ਨਹੀਂ ਉਠਾਇਆ। ਨਹੀਂ ਉਠਾਇਆ। ਉਹ ਸ਼੍ਰੋਮਣੀ ਅੱਜ ਉਹ ਇਲੈਕਸ਼ਨ ਆ, ਉਹਨਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਤੇ ਉਹਨਾਂ ਨੇ ਉਠਾਇਆ, ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਵੀ ਉਠਾਇਆ ਸ਼੍ਰੋਮਣੀ ਕਮੇਟੀ ਨੇ। ਮੈਨੂੰ ਤਾਂ ਪਤਾ ਨਹੀਂ ਵੀ ਇਹ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਅਣਜਾਣਾ ਜਿਹੇ ਵਾਲੇ ਮਤਲਬ ਕਿਵੇਂ ਉਹ ਬਿਆਨ ਦੇ ਜਾਂਦੇ ਨੇ। ਕੋਈ ਕੁਐਸਚਨ ਨਹੀਂ ਉਠਾਇਆ ਸਾਡੇ। ਮੈਂ ਇਲੈਕਸ਼ਨ ਬਾਰੇ ਵੀ ਕਹਿੰਦਾ, ਟਰਸਟ ਦੀ ਇਲੈਕਸ਼ਨ ਇਹ ਕਦੇ ਟਰਸਟ ਦੀ ਇਲੈਕਸ਼ਨ ਨਹੀਂ ਹੁੰਦੀ। ਸਾਡੇ ਕੁਝ ਮੈਂਬਰਾਂ ਦੀ ਇਲੈਕਸ਼ਨ ਹੁੰਦੀ ਹੈ ਕੌਂਸਲ ਦੇ ਦੀ। ਖਹਿਰਾ ਸਾਹਿਬ, ਹਾਂਜੀ। ਖਹਿਰਾ ਸਾਹਿਬ, ਜੇਕਰ ਆਪਾਂ ਜ਼ਮੀਨ ਦੇਣ ਨੂੰ ਤਿਆਰ ਆ, ਫਿਰ ਬਾਹਰ ਕੀ ਆ? ਬਾਹਰ ਤੋਂ ਇਹ ਬਾਹਰ ਸਾਰੇ ਗੁੰਮਰਾਹ ਕੀਤੇ ਹੋਏ ਲੋਕ ਨੇ ਜੀ, ਪੇਡ ਬੰਦੇ ਨੇ ਇਹ ਸਾਰੇ। ਇਹਨਾਂ ਨੂੰ ਸਵੇਰੇ ਮਤਲਬ ਕਿ ਕੋਈ ਨਾ ਕੋਈ ਇਹਨਾਂ ਦੀ ਉਸ 'ਚ ਮਤਲਬ ਕਿ ਲੱਗੇ। ਤੁਸੀਂ ਦੇਖ ਲਓ ਬੰਦੇ ਸਾਰੇ ਦਿਹਾੜੀਦਾਰ ਬੰਦੇ ਨੇ ਜੀ, ਪੇਡ ਬੰਦੇ ਨੇ ਸਾਰੇ। ਤੁਸੀਂ ਵੀ ਕਾਲਜ ਬਣਾਉਣ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਸਾਰਾ ਪ੍ਰਚਾਰ ਹੋ ਰਿਹਾ ਟਰਸਟ ਦੇ ਖਿਲਾਫ ਜਾਂ ਸ਼੍ਰੋਮਣੀ ਕਮੇਟੀ ਦੇ ਖਿਲਾਫ, ਤਾਂ ਤੁਹਾਡੇ ਵੱਲੋਂ ਕੋਈ ਇੱਦਾਂ ਕਦਮ ਕਿਉਂ ਨਹੀਂ ਚੁੱਕਿਆ ਗਿਆ? ਕਿਉਂਕਿ ਲੋਕਾਂ ਦੇ ਵਿੱਚ ਗੱਲ ਨਹੀਂ ਗਈ ਹੈਗੀ ਕਿ ਤੁਸੀਂ ਜਗ੍ਹਾ ਦੇਣ ਨੂੰ ਤਿਆਰ ਹੋ। ਅਸੀਂ ਮਤਲਬ ਕਿ ਵਿਸ਼ਵਾਸ ਕੀਤਾ ਸੀ ਸਰਕਾਰ ਤੇ ਪ੍ਰਸ਼ਾਸਨ ਤੇ ਵੀ ਸਾਡੀਆਂ ਜਿਹੜੀਆਂ, ਕਿਉਂਕਿ ਅਸੀਂ ਸੱਚੀ ਨੀਤ ਨਾਲ ਕੀਤਾ ਸੀ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸੰਤ ਅਤਰ ਸਿੰਘ ਦੀ ਧਰਤੀ ਤੇ ਬੈਠੇ ਆ, ਬਿਲਕੁਲ ਸੱਚੀ ਮਨ ਨਾਲ। ਅਸੀਂ ਅੱਜ ਵੀ ਚਾਹੁੰਦੇ, ਉਦੋਂ ਵੀ ਚਾਹੁੰਦੇ ਸੀ ਕਿ ਸਾਡੇ ਇੱਥੇ, ਸਾਨੂੰ ਤਾਂ ਇੰਨੀ ਖੁਸ਼ੀ ਸੀ ਵੀ ਸਾਡਾ ਪੈਰ ਹੇਠਾਂ ਨਹੀਂ ਸੀ ਲੱਗ ਰਿਹਾ ਕਿ ਇੱਥੇ ਮੈਡੀਕਲ ਕਾਲਜ ਬਣਦਾ। ਤਾਂ ਸਾਨੂੰ ਕਿੰਨੀ ਖੁਸ਼ੀ ਆ, ਸਾਡੇ ਕੋਲ 10 ਕਾਲਜ ਪਹਿਲਾਂ ਨੇ ਤੇ ਸਾਡਾ 11ਵਾਂ ਕਾਲਜ ਇਹ ਜੁੜ ਜੂਗਾ। ਸਾਨੂੰ ਤਾਂ ਬਹੁਤ ਵਧੀਆ। ਅਸੀਂ ਹੁਣ ਫਾਰਮੇਸੀ ਦੇ ਬੱਚੇ ਨੇ, ਅਸੀਂ ਤਾਂ ਇੰਟਰਨਸ਼ਿਪ ਇੱਥੇ ਸੰਗਰੂਰ ਲਾਉਣ ਤੋਰਦੇ ਹਾਂ, ਕਿਤੇ ਪਟਿਆਲੇ ਲਾਉਣ ਤੋਰਦੇ ਹਾਂ, ਰਜਿੰਦਰਾ ਦੇ ਵਿੱਚ ਸਾਡੀ ਇੰਟਰਨਸ਼ਿਪ ਇੱਥੇ ਹੀ ਲੱਗ ਜਾਣੀ ਸੀ ਕਿੱਥੇ। ਸਾਨੂੰ ਤਾਂ ਬਹੁਤ ਖੁਸ਼ੀ ਸੀ, ਪਰ ਸਾਨੂੰ ਵਿਸ਼ਵਾਸ ਸੀ। ਇਹ ਤਾਂ ਹੁਣ ਜਦੋਂ ਬੇਹੁਦਾ ਮਤਲਬ ਕਿ ਇਲਜ਼ਾਮ ਸ਼ੁਰੂ ਹੋਏ ਤਾਂ ਅਸੀਂ ਫੇਰ ਬੋਲਣ ਲਈ ਮਜਬੂਰ ਹੋਏ ਹਾਂ, ਜਦੋਂ ਸਾਨੂੰ ਇਹ ਮਤਲਬ ਪਤਾ ਲੱਗਿਆ ਵੀ ਇਹ ਮਸਤੂਨਾ ਕਾਲਜ ਸ਼ਿਫਟ ਕੀਤਾ ਜਾ ਰਿਹਾ। ਅਸੀਂ ਮਤਲਬ ਕਿ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਸੀ। ਜਦੋਂ ਡੀਸੀ ਸਾਹਿਬ ਨੇ ਕਹਿਤਾ ਨਹੀਂ ਉੱਥੇ ਹੀ ਬਣਾਵਾਂਗੇ, ਅਸੀਂ ਚੁੱਪ ਕਰ ਗਏ ਸੀ। ਸਾਨੂੰ ਤਾਂ ਜੇ ਉੱਥੇ ਵੀ ਬਣਦਾ, ਸਾਨੂੰ ਉੱਥੇ ਵੀ ਕੋਈ ਇਤਰਾਜ਼ ਨਹੀਂ। ਮੈਂ ਤਾਂ ਕਹਿੰਦਾ ਵੀ ਪਰ ਉੱਥੇ ਬਣਾਉਣਾ ਕਾਲਜ ਉੱਥੇ ਬਣਾ ਲੈਣ, ਜਿੱਥੇ ਮਰਜ਼ੀ ਬਣਾ ਲੈਣ। ਅਸੀਂ ਕਿਤੇ ਕੋਈ ਸਟੇ ਦੇ ਵਿੱਚ ਕਿਤੇ ਨਹੀਂ ਗਿਆ, ਟਰਸਟ ਨਹੀਂ ਗਿਆ ਹੈਗਾ ਕਾਲਜ ਦੇ ਅੰਗੇਸਟ ਕਦੇ ਵੀ, ਨਾ ਕਿਸੇ ਦਫ਼ਤਰ 'ਚ, ਨਾ ਕਿਸੇ ਕੋਰਟ ਦੇ ਵਿੱਚ। ਸਿੰਗਲ ਵੀ ਕੋਈ ਪ੍ਰੂਫ ਦੇ ਦੇ ਕਿ ਅਸੀਂ ਕਾਲਜ ਨੂੰ ਰੋਕਣ ਲਈ ਕਿਤੇ ਸਟੇ ਪਾਈ ਹੈ, ਕਿਸੇ ਵੀ ਕੋਰਟ 'ਚ ਪਾਈ ਹੈ, ਕਿਸੇ ਵੀ ਦਫ਼ਤਰ 'ਚ ਪਾਈ ਹੈ, ਤਾਂ ਅਸੀਂ ਸਾਡਾ ਸਿਰ ਸੁੱਡੀਆਂ ਜਿੱਤੀਆਂ। ਜਿਸ ਤਰ੍ਹਾਂ ਜਿਵੇਂ ਹਾਂਜੀ। ਸ਼੍ਰੋਮਣੀ ਕਮੇਟੀ ਨੇ ਗੱਲ ਹੋ ਰਹੀ ਹੈ, ਹਾਂਜੀ। ਕਿੱਥੇ ਹੈ ਜ਼ਮੀਨ ਜਿਹੜੀ ਰੋਡ ਦੇ ਵਿੱਚ ਵੀ ਪਤਾ ਲੱਗਿਆ ਵੀ ਕੋਈ ਜ਼ਮੀਨ ਆਈ ਹੈ, ਕੀ ਹੈਗੀ ਉਹ ਜ਼ਮੀਨ ਜਿਹੜੀ ਉਹ ਬਿਲਕੁਲ ਸਾਹਮਣੇ ਇਹੀ ਜ਼ਮੀਨ ਹੈ ਜੀ। ਉਹਦਾ ਕੋਈ ਤੁਹਾਨੂੰ ਠੇਕਾ ਆਇਆ ਹੀ, ਉਹਦਾ ਆਪਣਾ ਮੁਆਵਜ਼ਾ ਆਇਆ? ਹਾਂ, ਉਹ ਮੁਆਵਜ਼ਾ ਤਾਂ ਨਹੀਂ ਆਇਆ ਕਿ ਉਹਦੀ ਮਾਲਕੀ ਹੈ ਜਿਹੜੀ, ਉਹ ਮਾਲ ਸਰਕਾਰ ਜ਼ਮੀਨ ਹੈ। ਮਹਾਰਾਜਾ ਰਪਦਮਨ ਸਿੰਘ ਨਾਭਾ ਨੇ 1920 ਦੇ ਵਿੱਚ, ਜਦੋਂ ਇਸ ਕਾਲਜ ਜਿੱਥੇ ਆਪਾਂ ਬੈਠੇ ਆ, ਇਹ ਉਹੀ ਕਾਲਜ ਹੈ ਜਿਹੜਾ ਸੰਤ ਅਤਰ ਸਿੰਘ ਜੀ ਨੇ 1920 ਦੇ ਵਿੱਚ ਸ਼ੁਰੂ ਕੀਤਾ ਸੀ, ਸਭ ਤੋਂ ਪਹਿਲੀ ਇੰਸਟੀਚਿਊਸ਼ਨ ਮਸਤੂਨਾ ਸਾਹਿਬ ਦੀ। ਤੇ ਦੂਸਰਾ, ਮਹਾਰਾਜਾ ਰਪਦਮਨ ਸਿੰਘ ਤੋਂ ਸੰਤ ਜੀ ਨੇ ਉਹਨਾਂ ਦਾ ਉਦਘਾਟਨ ਕਰਾਇਆ ਸੀ ਇਸ ਕਾਲਜ ਦਾ। ਤੇ ਉਹ ਸੰਤ ਜੀ ਦੇ ਐਜੂਕੇਸ਼ਨ ਪ੍ਰਤੀ ਮਤਲਬ ਇਸ ਤਰ੍ਹਾਂ ਦੇ ਉਪਰਾਲਿਆਂ ਤੋਂ ਖੁਸ਼ ਹੋ ਕੇ ਉਹਨੇ 70 ਏਕੜ ਲੈਂਡ ਜ਼ਮੀਨ ਹੈ ਜਿਹੜੀ ਮਹਾਰਾਜਾ ਨਾਭਾ ਨੇ ਉਹ ਇਸ ਕਾਲਜ ਦੇ ਨਾਂ ਨੂੰ ਵਰਤਣ ਨੂੰ ਦੇਤੀ ਸੀ। ਨਾਂ ਮਾਲਕੀ ਹੈ ਜਿਹੜੀ ਉਹ ਸਰਕਾਰ ਦੀ ਰਹੀ ਸੀ, ਮਾਲਕੀ ਅੱਜ ਵੀ ਸਰਕਾਰ ਦੀ ਹੈ। ਇਸੇ ਕਰਕੇ ਉਹ ਸਾਨੂੰ ਪੈਸੇ ਨਹੀਂ ਮਿਲੇ, ਕਿਉਂਕਿ ਮਾਲ ਸਰਕਾਰ ਜਿਹੜੀ, ਜਿੱਥੇ ਮਾਲਕੀ ਸਰਕਾਰ ਦੀ ਹੈ। ਪੋਜੈਸ਼ਨ ਸਾਡਾ ਡਿਗਰੀ ਕਾਲਜ ਦਾ ਉਹ ਕਾਸ਼ਤਕਾਰਖਾਨੇ ਦੇ ਵਿੱਚ ਅਕਾਲ ਡਿਗਰੀ ਕਾਲਜ ਹੈ, ਅਕਾਲ ਡਿਗਰੀ ਕਾਲਜ ਹੀ ਉਹਦੇ ਨਾਂ 'ਤੇ ਮਤਲਬ ਚੱਲ ਰਹੀ ਹੈ। ਪਰ ਮਾਲਕੀ ਸਰਕਾਰ ਹੋਣ ਕਰਕੇ ਸਾਨੂੰ ਜਿਹੜਾ ਰੋਡ ਦੇ ਵਿੱਚ ਜਿੰਨਾ ਕੁ ਥਾਂ ਆਇਆ ਸੀ ਉਹ ਸਾਨੂੰ ਨਹੀਂ ਮਿਲੇ। ਨਾਲ ਦੇ ਜਿਹੜੀ ਸਾਡੇ ਨਾਂ 'ਤੇ ਸੀ ਉਹਦਾ ਸਾਨੂੰ 40 ਲੱਖ ਰੁਪਇਆ ਮਿਲਿਆ। ਇੱਕ ਸਵਾਲ ਆ, ਦੇਖੋ ਤੁਹਾਡੇ ਵੱਲੋਂ ਤੁਸੀਂ ਖੁਦ ਕਹਿੰਦੇ ਕਿ ਹਾਂ ਅਗਰ ਉਸ ਜਗ੍ਹਾ ਦੇ ਉੱਪਰ ਜ਼ਮੀਨ ਬਣਦੀ ਆ ਹਾਂਜੀ ਹਾਂਜੀ, ਤਾਂ ਤੁਸੀਂ ਅਲਾਉ ਕਰਦੇ ਹੋ? ਅਸੀਂ ਤਾਂ ਅਲਾਉ ਕਰਦੇ ਹਾਂ, ਸਾਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਹੈਗਾ। ਜਗ੍ਹਾ ਦਾ ਜੋ ਕੋਰਟ ਦੇ ਵਿੱਚ ਵਿਵਾਦ ਚੱਲ ਰਿਹਾ ਉਹ ਕੌਂਸਲ ਦਾ, ਤੁਹਾਡਾ ਐਸਜੀਪੀਸੀ ਦਾ, ਤੇ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਦਾ? ਨਾ ਅੰਗੀਠਾ ਸਾਹਿਬ ਤਾਂ ਸਾਡਾ ਹੀ ਆ। ਸਾਡਾ ਤੇ ਸ਼੍ਰੋਮਣੀ ਕਮੇਟੀ ਦਾ ਡਿਸਪਿਊਟ ਆ। ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਸ਼੍ਰੋਮਣੀ ਕਮੇਟੀ ਤੋਂ, ਕਿਉਂਕਿ ਵੈਸੇ ਮੈਂ ਤੁਹਾਨੂੰ ਲੱਗਦਾ ਕਿ ਅਗਰ ਤੁਸੀਂ ਵੀ ਅਲਾਉ ਕਰ ਰਹੇ ਹੋ, ਸ਼੍ਰੋਮਣੀ ਕਮੇਟੀ ਵੀ ਕਹਿ ਰਹੀ ਹੈ ਕਾਲਜ ਬਣਨਾ ਚਾਹੀਦਾ, ਵੀ ਉਸੇ ਜਗ੍ਹਾ ਪਰ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈ ਨਾ ਵੀ ਉਸ ਜਗ੍ਹਾ ਡਿਸਪਿਊਟਡ ਲੈਂਡ ਤੇ ਨਹੀਂ ਬਣਨਾ ਚਾਹੀਦਾ, ਕਿਉਂਕਿ ਡਿਸਪਿਊਟਡ ਲੈਂਡ ਤੇ। ਪਰ ਮੈਂ ਤੁਹਾਨੂੰ ਇੱਕ ਪੁੱਛਦਾ ਵੀ ਕੱਲ ਨੂੰ ਇਹ ਸਾਡੀ ਸਟੇ ਖਤਮ ਹੋ ਜਾਂਦੀ ਹੈ ਤਾਂ ਵਟ ਵਿਲ ਬੀ ਦਾ ਸਟੇਟਸ ਆਫ ਦਿਸ ਲੈਂਡ? ਕੀ ਸਟੇਟਸ ਹੋਊਗਾ? ਮੈਂ ਡੀਸੀ ਸਾਹਿਬ ਨੂੰ ਇਹ ਵੀ ਕਿਹਾ ਕਿ ਤੁਹਾਡਾ ਸਰਕਾਰ ਦਾ ਬਣਿਆ ਬਣਾਇਆ ਕਾਲਜ, ਜਿਹਦੇ ਨੇ ਸਾਡੀ ਸਟੇ ਖਤਮ ਕਰਤੀ ਕੋਰਟ ਨੇ, ਬਣਿਆ ਬਣਾਇਆ ਕਾਲਜ ਸ਼੍ਰੋਮਣੀ ਕਮੇਟੀ ਨੂੰ ਚਲਾ ਜਾਊਗਾ।
ਨਹੀਂ ਜਦੋਂ ਕਿਸੇ ਹੋਰ ਇਹ ਨਹੀਂ ਨਾ ਹੋ ਸਕਦਾ ਕਿ ਜ਼ਮੀਨ ਦੀ ਮਾਲਕੀ ਕਿਸੇ ਹੋਰ ਦੀ ਹੈ ਤੇ ਉੱਪਰ ਬਿਲਡਿੰਗ ਕਿਸੇ ਹੋਰ ਦੀ ਹੈ। ਇਹ ਤਾਂ ਕਿਤੇ ਹੋਇਆ ਹੀ ਨਹੀਂ। ਨੰਬਰ 2, ਮੈਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਐਕਟ ਬਾਰੇ ਮੈਂ ਤੁਹਾਨੂੰ ਜਾਣੂ ਕਰਾਉਣਾ। ਅਸੀਂ ਕਿਉਂ ਜ਼ਮੀਨ ਕਾਲਜ ਵਾਲੀ ਆਫਰ ਕਰ ਰਹੇ ਹਾਂ? ਕਿਉਂਕਿ ਇਹ 'ਤੇ ਗੁਰਦੁਆਰਾ ਐਕਟ ਲਾਗੂ ਨਹੀਂ ਹੁੰਦਾ। ਗੁਰਦੁਆਰਾ ਐਕਟ ਦੇ ਤਹਿਤ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਜਿਹੜੀ ਵੀ ਜ਼ਮੀਨ ਹੈ ਉਹ ਕਦੇ ਉਹਦੀ ਮਾਲਕੀ ਟਰਾਂਸਫਰ ਨਹੀਂ ਹੋ ਸਕਦੀ। ਸੈਕਸ਼ਨ 187 ਦੇ ਤਹਿਤ ਗੁਰਦੁਆਰਾ ਐਕਟ 1925 ਸੈਕਸ਼ਨ 187 ਦੇ ਤਹਿਤ ਉਹਦੀ ਮਾਲਕੀ ਟਰਾਂਸਫਰ ਨਹੀਂ ਹੋ ਸਕਦੀ। ਨਾ ਅੱਜ ਤੱਕ ਹੋਈ ਹੈ। ਜਦੋਂ ਦੇ ਅੰਗਰੇਜ਼ਾਂ ਨੇ ਇਹ ਰੂਲ ਬਣਾਇਆ ਹੋਇਆ ਹੈ ਜਾਂ ਹਿੰਦੁਸਤਾਨ ਦੇ ਵਿੱਚ, ਈਵਨ ਕਿ ਪਾਕਿਸਤਾਨ ਦੇ ਵਿੱਚ ਵੀ ਅੱਜ ਤੱਕ ਕੋਈ ਟਰਾਂਸਫਰ ਨਹੀਂ ਹੋਈ। ਕਿਸੇ ਗੁਰਦੁਆਰੇ ਦੀ ਮਾਲਕੀ ਟਰਾਂਸਫਰ ਨਹੀਂ ਹੋਈ ਕਿਸੇ ਦੇ ਨਾਂ ਵੀ। ਉਹ ਸਿਰਫ ਜ਼ਮੀਨਾਂ ਲੀਜ਼ ਤੇ ਲੈਤੀਆਂ ਜਾਂਦੀਆਂ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਦੀ। ਨਨਕਾਣਾ ਸਾਹਿਬ ਪਾਕਿਸਤਾਨ ਦੀ 750 ਮੁਰੱਬਾ ਜ਼ਮੀਨ ਜੋ ਰਾਏ ਬਲਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਰਾਈ ਸੀ, ਉਹ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈ। ਨਨਕਾਣਾ ਸਾਹਿਬ ਜਿੱਥੇ ਸ਼ਹਿਰ ਵਸਿਆ ਹੋਇਆ, ਉਹ ਸਾਰੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈ। ਤੇ ਉੱਥੋਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਜਿਹੜੇ ਸ਼ਹਿਰੀ ਸੀ, ਉੱਥੋਂ ਦੀ ਕਮੇਟੀ ਸੀ ਜਿਹੜੀ, ਉਹਨਾਂ ਨੇ ਕੇਸ ਲੜਿਆ ਪਾਕਿਸਤਾਨ ਦੇ ਸੁਪਰੀਮ ਕੋਰਟ ਤੱਕ, ਪਰ ਸਾਰੀਆਂ ਕੈਂਸਲ ਹੋਈਆਂ, ਸਾਰੇ ਉਹ ਹਾਰੇ ਤੇ ਸੁਪਰੀਮ ਕੋਰਟ ਨੇ ਰੱਦ ਕਰਕੇ ਮਾਲਕੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੀ ਰੱਖੀ। ਸੇਮ ਕੇਸ ਮੈਂ ਤੁਹਾਨੂੰ ਦੱਸ ਦੇਣਾ, 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਇਸ ਬਜਟ ਸੈਸ਼ਨ ਦੇ ਵਿੱਚ। ਇੱਕ ਮੈਂ ਹੋਰ ਸੱਚ ਕਲੀਅਰ ਕਰਨੀ ਚਾਹੁੰਦਾ, ਮੁੱਖ ਮੰਤਰੀ ਸਾਹਿਬ ਇੱਕ ਇਹ ਗੱਲ ਕਹਿ ਕੇ ਗਏ ਸੀ ਕਿ ਤੁਹਾਨੂੰ ਯਾਦ ਹੋਣਾ ਕੈਮਰੇ ਵੀ ਤੁਹਾਡੇ ਨੇ, ਉਸ ਦਿਨ ਜਿਸ ਦਿਨ ਮੈਂ ਨੀਂਹ ਪੱਥਰ ਰੱਖਿਆ ਸੀ ਤਾਂ ਉਸ ਦਿਨ ਪਰਮਿੰਦਰ ਸਿੰਘ ਢੀਂਡਸਾ ਜੀ ਨੇ ਕਿਹਾ ਸੀ ਕਿ ਇਹ ਕਾਲਜ ਬਣਨਾ ਨਹੀਂ। ਉਹਨਾਂ ਦੇ ਫਿਰ ਕਹਿਣਾ ਸੀ ਕਿ ਐਕਚੁਅਲੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਬਣਨ ਨਹੀਂ ਦੇਣਾ। ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾ ਵੀ ਉਹ ਐਕਚੁਅਲ 'ਚ ਗੱਲ ਕੀ ਸੀ। ਜਿਸ ਦਿਨ ਬਜਟ ਪੇਸ਼ ਹੋਇਆ ਤੁਹਾਨੂੰ ਪਤਾ ਹੋਊਗਾ ਕਿ ਉਸ ਬਜਟ ਦੇ ਬਾਰੇ ਆਪਦੇ ਵਿਊ ਲੈਣ ਲਈ ਚੰਡੀਗੜ੍ਹ ਇਹਨਾਂ ਦੇ ਘਰ ਪੱਤਰਕਾਰ ਸਾਹਿਬਾਨ ਗਏ ਤਾਂ ਉਸ ਬਜਟ ਦੇ ਵਿੱਚ 16 ਮੈਡੀਕਲ ਕਾਲਜ ਆਪਣਾ ਸਰਕਾਰ ਨੇ ਅਨਾਉਂਸ ਕੀਤੇ ਸੀ ਕਿ ਅਸੀਂ ਇਸ ਚਾਲੂ ਸਾਲ ਦੇ ਵਿੱਚ ਇਸ ਬਜਟ ਸੈਸ਼ਨ ਦੇ ਵਿੱਚ 16 ਮੈਡੀਕਲ ਕਾਲਜ ਬਣਾਵਾਂਗੇ। ਪਰਮਿੰਦਰ ਜੀ ਨੇ ਹੋਰਨਾਂ ਨੁਕਤਿਆਂ 'ਤੇ ਵੀ ਜਵਾਬ ਦਿੱਤੇ ਵੀ ਤੁਹਾਡੇ ਇੰਨਾ ਜਿੰਨਾ ਤੁਸੀਂ ਇਹ ਤਜਵੀਜ਼ਾਂ ਪੇਸ਼ ਕਰਤੀਆਂ, ਇਹਨਾਂ ਦਾ ਤੁਹਾਡੇ ਕੋਲ ਪੈਸਾ ਹੀ ਨਹੀਂ ਆਉਣਾ। ਪਰਮਿੰਦਰ ਜੀ ਨੇ ਇਹ ਗੱਲ ਸਭ ਤੋਂ ਪਹਿਲਾਂ ਨੋਟ ਕਰੀ ਸੀ ਕਿ ਇਸ ਦੀ GST ਵੀ ਨਹੀਂ ਆਉਣੀ ਤੁਹਾਨੂੰ ਸੈਂਟਰ ਤੋਂ, ਕਿਉਂਕਿ ਇਸ ਸਾਲ GST ਦਾ ਜਿਹੜਾ ਪਾਰਟ ਹੈ ਉਹ ਵੀ ਸਟੇਟਾਂ ਦਾ ਖਤਮ ਹੋ ਰਿਹਾ ਤੇ ਤੁਸੀਂ ਇਹ ਪੇਸ਼ਕਸ਼ ਕਿਵੇਂ ਕਰਤੀਆਂ। ਫਿਰ ਮੈਡੀਕਲ ਕਾਲਜਾਂ 'ਤੇ ਉਹਨਾਂ ਨੇ ਆਖਿਆ ਕਿ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹਿ ਕੇ ਸਰਕਾਰ ਨੇ ਬਹੁਤ ਵੱਡੀ ਗੱਲ ਕੀਤੀ ਹੈ। ਜੇ 3 ਮੈਡੀਕਲ ਕਾਲਜ ਵੀ ਬਣ ਜਾਣ ਉਹ ਵੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਇੱਥੇ ਤਾਂ ਸਟੇ ਆ ਗਈ। ਹੋਰ ਦੱਸੋ ਜੀ ਬਾਕੀ 15 ਮੈਡੀਕਲ ਕਾਲਜਾਂ 'ਤੇ ਕਿੱਥੇ ਇੱਟ ਲੱਗੀ ਹੈ ਮੈਨੂੰ ਦੱਸੋ। ਕਪੂਰਥਲੇ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮਲੇਰਕੋਟਲਾ, ਮੋਹਾਲੀ। ਤੁਸੀਂ ਮੇਰੇ ਨਾਲ ਚੱਲੋ, ਅਸੀਂ ਬੱਸ ਭੇਜਾਂਗੇ। ਜੇ ਇੱਕ ਇੱਟ ਵੀ ਲੱਗੀ ਹੋਈ ਅਸੀਂ ਇੱਥੇ ਹੀ ਕਮਿਟ ਕਰ ਦਾਂਗੇ, ਅਸੀਂ ਇੱਥੇ ਹੀ ਉਹ ਕਰ ਲਾਂਗੇ। ਤੇ ਦੂਸਰਾ ਮੈਂ ਮਲੇਰਕੋਟਲੇ ਉਹਦੀ ਤੁਹਾਨੂੰ ਸਟੇਟਸ ਦੱਸਦਾ। ਮਲੇਰਕੋਟਲੇ ਕਾਲਜ ਦਾ ਕੀ ਸਟੇਟਸ ਹੈ? ਮਲੇਰਕੋਟਲੇ ਕਾਲਜ ਦੀ ਜ਼ਮੀਨ ਹੈ ਜਿਹੜੀ ਇੱਕ ਪੁਜਾਰੀ ਤੋਂ, ਇੱਕ ਮੰਦਿਰ ਦੀ ਜ਼ਮੀਨ ਇੱਕ ਪੁਜਾਰੀ ਤੋਂ ਉਹ ਕਰਵਾ ਲਈ, ਰਜਿਸਟਰੀ ਕਰਵਾ ਲਈ। ਉੱਥੇ ਹਿੰਦੂ ਜਥੇਬੰਦੀਆਂ ਨੇ ਉਹਦੀ ਸਟੇ ਲੈ ਲਈ, ਕਿਉਂਕਿ ਮੰਦਿਰ ਦੀ ਜ਼ਮੀਨ ਵੀ ਨਹੀਂ ਟਰਾਂਸਫਰ ਹੋ ਸਕਦੀ, ਚਰਚ ਦੀ ਵੀ ਨਹੀਂ ਹੋ ਸਕਦੀ, ਮਸਜਿਦ ਦੀ ਵੀ ਨਹੀਂ ਹੋ ਸਕਦੀ। ਫਿਰ ਉਹਨਾਂ ਨੇ ਵਕਫ ਬੋਰਡ ਦੀ ਕਰਾ ਲਈ, ਉੱਥੇ ਮੁਸਲਮਾਨ ਜਥੇਬੰਦੀਆਂ ਨੇ ਸਟੇ ਲੈ ਲਈ। ਇਹ ਟਰਾਂਸਫਰ ਹੋ ਹੀ ਨਹੀਂ ਸਕਦੀ ਕਿਸੇ ਵੀ ਧਾਰਮਿਕ ਉਹਦੀ ਥਾਂ 'ਤੇ। ਸਰ ਜੀ ਸਰਕਾਰ ਕਾਲਜ ਬਦਲ ਕੇ ਕਿਤੇ ਹੋਰ ਲੈ ਕੇ ਜਾਂਦੀ ਹੈ ਤਾਂ ਟਰਸਟ ਦਾ ਕੀ ਰੋਕ ਹੋਵੇ? ਅਸੀਂ ਉਹਦੇ ਰਿਐਕਸ਼ਨ ਦਿਖਾਵਾਂਗੇ। ਅਸੀਂ ਮਤਲਬ ਕਿ ਅਸੀਂ ਸੰਗਤ ਦਾ ਸਹਿਯੋਗ ਲਵਾਂਗੇ ਵੀ ਨਹੀਂ ਜਾਣਾ ਚਾਹੀਦਾ। ਇਹ ਸੰਤ ਅਤਰ ਸਿੰਘ ਜੀ ਦੀ ਧਰਤੀ ਨਾਲ ਬਹੁਤ ਵੱਡਾ ਧੋਖਾ ਹੈ। ਸੰਤ ਅਤਰ ਸਿੰਘ ਜੀ ਦੇ ਨਾਂ 'ਤੇ ਬਹੁਤ ਵੱਡਾ ਇਹ ਇੱਕ ਫਰਾਡ ਹੋਊਗਾ। ਅਸੀਂ ਬੇਨਤੀ ਕਰਦੇ ਹਾਂ ਮੁੜ ਕਿ ਲਿਜਾਣ ਦੀ ਕਿਉਂ ਤੁਸੀਂ ਸੋਚ ਕਿਉਂ ਰਹੇ ਹੋ ਇੱਥੋਂ ਸ਼ਿਫਟ ਕਰਨ ਦੀ, ਜੋ ਤੁਹਾਨੂੰ ਇੰਨੀਆਂ ਜ਼ਮੀਨਾਂ। ਮੈਂ ਕਹਿੰਦਾ ਚਲੋ ਸਾਡੀ ਜ਼ਮੀਨ ਦੇ ਵਿੱਚ ਹੋ ਸਕਦਾ ਸਰਕਾਰ ਨੂੰ ਕੋਈ ਐਲਰਜੀ ਹੁੰਦੀ ਹੋਵੇ। 450 ਕਰੋੜ ਦਾ ਪ੍ਰੋਜੈਕਟ ਹੈ ਜੀ ਇਹ। 450 ਕਰੋੜ ਦੇ ਵਿੱਚ 25 ਏਕੜ ਇੱਥੇ ਨਾਲ ਹੀ ਜਿੱਥੇ ਇਹ ਨੀਂਹ ਪੱਥਰ ਰੱਖਿਆ ਹੈ ਇਹਦੇ ਨਾਲ ਬਿਲਕੁਲ 40 ਸਾਬਕਾ ਸਰਪੰਚ ਬੈਠੇ ਨੇ ਸਰਦਾਰ ਬਲਵੰਤ ਸਿੰਘ ਜੀ ਚੰਗਾਲ, ਇਹਨਾਂ ਦਾ ਪਿੰਡ ਚੰਗਾਲ ਹੈ। ਵੈਸੇ ਰੂਟੀਨ ਦੇ ਵਿੱਚ 30 ਲੱਖ ਦਾ ਹੈ। ਜਦੋਂ ਕਾਲਜ ਦੀ ਲਈ ਦੇ ਕੇ ਆਪਾਂ ਵੱਧ ਤੋਂ ਵੱਧ ਲਾ ਲਓ ਵੀ 50 ਲੱਖ ਦਾ ਕਿੱਲਾ, ਜਿੰਨੇ ਮਰਜ਼ੀ ਲੈ ਲਓ, 12 ਕਰੋੜ ਹੀ ਬਣਦੀ ਹੈ ਨਾ। 12 ਕਰੋੜ ਦੀ ਜ਼ਮੀਨ 25 ਏਕੜ ਜ਼ਮੀਨ ਇਹਦੇ ਬਿਲਕੁਲ ਨਾਲ ਲੱਗਦੀ, ਜਿੰਨੀ ਮਰਜ਼ੀ ਲੈ ਲੇ ਸਰਕਾਰ।
ਨਹੀਂ ਸਰਕਾਰ 450 ਕਰੋੜ ਦੇ ਵਿੱਚ 12 ਕਰੋੜ ਹੋਰ ਨਹੀਂ ਖਰਚ ਸਕਦੀ ਫਿਰ ਨਹੀਂ ਸਰਕਾਰ ਦੀ ਇਹਦਾ ਮਤਲਬ ਸਰਕਾਰ ਦੀ ਨੀਤੀ ਨਹੀਂ ਹੈਗੀ ਬਣਾਉਣ ਦੀ 55 ਏਕੜ ਉਹ ਕਿਉਂ ਨਹੀਂ